8ਵੀਂ ਜਮਾਤ ਦੇ ਸਾਰੇ ਹੀ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਾਂ ਜੀ ਸਾਡੇ YouTube ਚੈਨਲ ਵਿਸ਼ਵਾਸ ਸਟੱਡੀਜ਼ 'ਤੇ। ਤਾਂ ਬੇਟਾ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਹਾਜ਼ਰ ਹਾਂ ਸਮਾਜਿਕ ਵਿਗਿਆਨ ਦੀ ਹਫ਼ਤਾਵਾਰੀ ਸ਼ੀਟ ਨੰਬਰ 10 ਲੈ ਕੇ ਰਾਈਟ। ਤਾਂ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਵਾਂ ਬੇਟਾ ਕਿ ਸਾਰੇ ਹੀ ਵਿਸ਼ਿਆਂ ਦੀ ਵਰਕਸ਼ੀਟਸ ਆਪਾਂ ਇਸ ਚੈਨਲ 'ਤੇ ਸੋਲਵ ਕਰਵਾ ਰਹੇ ਹਾਂ। ਕਮੈਂਟ ਮੈਂ ਵੀਡੀਓਜ਼ ਦਾ ਜੋ ਲਿੰਕ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦਿੱਤਾ ਹੋਇਆ, ਤੁਸੀਂ ਉੱਥੋਂ ਵੀ ਦੇਖ ਸਕਦੇ ਹੋ। ਅਤੇ ਨਾਲ ਹੀ ਬੇਟਾ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜ਼ਰੂਰ ਕਰ ਲਵੋ, ਬਿਕੋਜ਼ ਇਹ ਚੈਨਲ ਹਮੇਸ਼ਾ ਤੁਹਾਡੀ ਇਸੇ ਤਰ੍ਹਾਂ ਮਦਦ ਕਰਦਾ ਰਹੇਗਾ। ਤਾਂ ਇਸ ਦੇ ਨਾਲ ਹੀ ਆਓ ਬੇਟਾ ਜੀ ਸ਼ੁਰੂ ਕਰੀਏ ਅੱਜ ਦੀ ਵੀਡੀਓ। ਪਹਿਲਾ ਕੁਐਸਚਨ ਦੇਖਦੇ ਹਾਂ ਅੱਜ ਦਾ। ਅਧਿਆਪਕ ਨੇ ਸ਼੍ਰੇਣੀ ਵਿੱਚ ਪਾਠ ਸੰਵਿਧਾਨ ਅਤੇ ਕਾਨੂੰਨ ਪੜ੍ਹਾਉਂਦਿਆਂ ਦੱਸਿਆ ਕਿ ਸੰਵਿਧਾਨ ਉਹ ਕਾਨੂੰਨੀ ਦਸਤਾਵੇਜ਼ ਹੈ ਜਿਸ ਅਨੁਸਾਰ ਦੇਸ਼ ਦਾ ਪ੍ਰਸ਼ਾਸਨ ਚਲਾਇਆ ਜਾਂਦਾ ਹੈ। ਸੰਵਿਧਾਨ ਕਿਸੇ ਦੇਸ਼ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਤਾਂ ਪਹਿਲੇ ਦਾ ਆਨਸਰ ਬੇਟਾ ਚੌਥਾ ਆਪਸ਼ਨ ਹੈਗਾ ਉਪਰੋਕਤ ਸਾਰੇ। ਠੀਕ ਹੈ, ਕਿਹੜੇ ਕਿਹੜੇ ਪੁਆਇੰਟ ਹੈ ਕਿ ਇਹ ਦੇਸ਼ ਦੇ ਦੂਜੇ ਕਾਨੂੰਨਾਂ ਤੋਂ ਸਰਵਉੱਚ ਹੁੰਦਾ ਹੈ, ਇਸ ਅਨੁਸਾਰ ਹੀ ਦੇਸ਼ ਵਿੱਚ ਕਾਨੂੰਨ ਦਾ ਸ਼ਾਸਨ ਲਾਗੂ ਕੀਤਾ ਜਾਂਦਾ ਹੈ, ਇਸ ਅਨੁਸਾਰ ਹੀ ਕੇਂਦਰੀ ਸਰਕਾਰ ਅਤੇ ਪ੍ਰਾਂਤਾਂ ਦੀਆਂ ਸਰਕਾਰਾਂ ਸ਼ਾਸਨ ਚਲਾਉਂਦੀਆਂ ਹਨ। ਤਾਂ ਸਾਰੇ ਪੁਆਇੰਟ ਸਹੀ ਨੇ, ਇਸ ਕਰਕੇ ਆਪਸ਼ਨ ਨੰਬਰ ਹੋ ਗਿਆ 4। ਨੈਕਸਟ ਦੇਖੋ, ਰਮਨ ਆਪਣੇ ਦੋਸਤ ਰਾਕੇਸ਼ ਨੂੰ ਦੱਸਦਾ ਹੈ ਕਿ ਸੰਵਿਧਾਨ ਦੇ ਮੁੱਢ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਅੰਕਿਤ ਕੀਤਾ ਗਿਆ ਹੈ, ਜਿਸ ਵਿੱਚ ਸੰਵਿਧਾਨ ਦੇ ਮੁੱਖ ਉਦੇਸ਼ਾਂ, ਮੌਲਿਕ ਸਿਧਾਂਤਾਂ, ਆਦਰਸ਼ਾਂ ਦਾ ਵਰਣਨ ਕੀਤਾ ਗਿਆ ਹੈ। ਰਮਨ ਆਪਣੇ ਦੋਸਤ ਨੂੰ ਹੇਠਾਂ ਦਿੱਤੇ ਆਦਰਸ਼ਾਂ ਵਿੱਚੋਂ ਸੰਵਿਧਾਨ ਵਿੱਚ ਦਰਜ ਕਿਹੜੇ ਆਦਰਸ਼ਾਂ ਬਾਰੇ ਦੱਸ ਰਿਹਾ ਹੈ। ਤਾਂ ਪਹਿਲਾ ਆਦਰਸ਼ ਹੈਗਾ ਬੇਟਾ ਰਾਸ਼ਟਰ ਦੀ ਏਕਤਾ ਅਖੰਡਤਾ, ਦੂਜਾ ਹੈਗਾ ਜੀ ਧਰਮ ਨਿਰਪੱਖਤਾ ਅਤੇ ਬਰਾਬਰ ਨਿਆਂ, ਤੀਜਾ ਹੈਗਾ ਜੀ ਸੰਪੂਰਨ ਪ੍ਰਭੂਸੱਤਾ, ਸੰਪੰਨ ਸੁਤੰਤਰਤਾ, ਸਮਾਨਤਾ, ਭਾਈਚਾਰਾ। ਤਾਂ ਆਨਸਰ ਆਏਗਾ ਉਪਰੋਕਤ ਸਾਰੇ। ਪਹਿਲੇ ਦਾ ਵੀ ਚੌਥਾ ਸੀ ਅਤੇ ਦੂਜੇ ਦਾ ਵੀ ਚੌਥਾ। ਤੀਜਾ ਪ੍ਰਸ਼ਨ ਦੇਖੋ, ਹੇਠਾਂ ਦਿੱਤੇ ਕਥਨਾਂ ਦਾ ਵਿਸ਼ਲੇਸ਼ਣ ਕਰੋ, ਦੱਸੋ ਕਿ ਕਿਹੜਾ ਕਥਨ ਹੈਗਾ ਬੇਟਾ ਜਿਹੜਾ ਉਹ ਸਹੀ ਹੈਗਾ। ਤਾਂ ਪਹਿਲਾ ਕਥਨ ਕੀ ਹੈ ਜੀ, ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਵਿੱਚ ਅਨੁਛੇਦ 14 ਤੋਂ ਲੈ ਕੇ 32 ਤੱਕ ਦਰਜ ਹਨ, ਬਿਲਕੁਲ ਸਹੀ। ਦੂਜਾ ਹੈਗਾ ਜੀ ਦਸੰਬਰ 2015 ਵਿੱਚ ਇੱਕ ਸੰਵਿਧਾਨਿਕ ਸੋਧ ਰਾਹੀਂ ਸਿੱਖਿਆ ਦਾ ਅਧਿਕਾਰ ਵੀ ਮੌਲਿਕ ਅਧਿਕਾਰਾਂ ਵਿੱਚ ਸ਼ਾਮਿਲ ਕੀਤਾ ਗਿਆ ਹੈ। ਤਾਂ ਇਹ ਬੇਟਾ ਹਾਂਜੀ ਇਹ ਗਲਤ ਹੈਗਾ, ਠੀਕ ਹੈ ਜੀ। ਤਾਂ ਆਨਸਰ ਨੰਬਰ ਕੀ ਹੋ ਗਿਆ ਇਹਦਾ, ਤੀਜੇ ਦਾ ਚੌਥਾ ਕਿ ਕਥਨ ਊੜਾ ਸਹੀ ਹੈ, ਇਹੜਾ ਕੀ ਹੈ ਗਲਤ। ਚੌਥਾ ਦੇਖੋ ਬੇਟਾ ਪ੍ਰਸ਼ਨ, ਭਾਰਤੀ ਸੰਵਿਧਾਨ ਵਿੱਚ ਵਿਅਕਤੀਆਂ ਦੇ ਸਰੀਰਕ, ਮਾਨਸਿਕ, ਨੈਤਿਕ, ਸੱਭਿਆਚਾਰਿਕ ਭਾਵ ਦੇ ਸਰਵਪੱਖੀ ਵਿਕਾਸ ਲਈ ਮੌਲਿਕ ਅਧਿਕਾਰ ਦਰਜ ਕੀਤੇ ਗਏ ਹਨ। ਇਹਨਾਂ ਅਧਿਕਾਰਾਂ ਦੀ ਸੁਰੱਖਿਆ ਦਾ ਸੰਵਿਧਾਨ ਵਿੱਚ ਖਾਸ ਪ੍ਰਬੰਧ ਕੀਤਾ ਗਿਆ ਹੈ। ਮੌਲਿਕ ਅਧਿਕਾਰ ਦੀ ਰਾਖੀ ਕਰਨ ਲਈ ਸੰਵਿਧਾਨ ਵਿੱਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ। ਤਾਂ ਇਹ ਹੈਗਾ ਬੇਟਾ ਸੰਵਿਧਾਨਿਕ ਉਪਚਾਰ ਦਾ ਅਧਿਕਾਰ। ਨੈਕਸਟ, ਭਾਰਤੀ ਸੰਵਿਧਾਨ ਅਨੁਸਾਰ ਰਾਜ ਦਾ ਆਪਣਾ ਕੋਈ ਧਰਮ ਨਹੀਂ, ਸਾਰੇ ਧਰਮ ਬਰਾਬਰ ਹਨ। ਕਿਸੇ ਵੀ ਨਾਗਰਿਕ ਨਾਲ ਧਰਮ ਦੇ ਆਧਾਰ 'ਤੇ ਕਿਸੇ ਪ੍ਰਕਾਰ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਹੇਠ ਦਿੱਤੇ ਗਏ ਸੰਵਿਧਾਨਾਂ ਦੇ ਆਦਰਸ਼ਾਂ ਵਿੱਚੋਂ ਕਿਹੜਾ ਆਦਰਸ਼ ਉਪਰੋਕਤ ਕਥਨਾਂ ਨਾਲ ਸੰਬੰਧਿਤ ਹੈ। ਤਾਂ ਇਹ ਹੋ ਗਿਆ ਜੀ ਧਰਮ ਦੀ ਸੁਤੰਤਰਤਾ, ਠੀਕ ਹੈ ਜੀ। ਪੰਜਵੇਂ ਦਾ ਕੀ ਆ ਗਿਆ, ਧਰਮ ਦੀ ਸੁਤੰਤਰਤਾ, ਧਰਮ ਨਿਰਪੱਖਤਾ ਸੌਰੀ, ਠੀਕ ਹੈ ਜੀ। ਨੈਕਸਟ ਦੇਖਦੇ ਹਾਂ। ਹਾਂਜੀ ਸਟੂਡੈਂਟਸ, ਤਾਂ ਆਪਾਂ ਗੱਲ ਕਰ ਰਹੇ ਸੀ ਬੇਟਾ ਕੁਐਸਚਨ ਨੰਬਰ 5 ਚੌਥਾ ਹੋ ਗਿਆ, ਪੰਜਵਾਂ ਆ ਗਿਆ ਜੀ ਧਰਮ ਨਿਰਪੱਖਤਾ। ਛੇਵਾਂ ਦੇਖੋ ਬੇਟਾ ਕੀ ਕਹਿ ਰਹੇ ਨੇ, ਕਹਿੰਦੇ ਭਾਰਤ ਦੇ ਨਕਸ਼ੇ ਵਿੱਚ ਦਰਸਾਏ ਛਾਇਆਦਾਰ ਖੇਤਰ ਦੀ ਪਹਿਚਾਣ ਕਰੋ, ਦੱਸੋ ਕਿ ਇਸ ਖੇਤਰ ਵਿੱਚ ਕਿਹੜੀ ਫਸਲ ਦੀ ਖੇਤੀ ਜ਼ਿਆਦਾਤਰ ਹੁੰਦੀ ਹੈ। ਇਹ ਹੈਗੀ ਹੈ ਬੇਟਾ ਕਣਕ। ਤਾਂ ਛੇਵੇਂ ਦਾ ਆਨਸਰ ਆਇਆ ਤੀਜਾ। ਸੱਤਵਾਂ ਦੇਖੋ, ਖੇਤੀਬਾੜੀ ਮਨੁੱਖ ਦਾ ਬਹੁਤ ਹੀ ਪੁਰਾਣਾ ਕਿੱਤਾ ਹੈ। ਖੇਤੀਬਾੜੀ ਦਾ ਘੇਰਾ ਵਿਸ਼ਾਲ ਹੋਣ ਕਰਕੇ ਇਸ ਤੋਂ ਬਹੁਤ ਸਾਰੇ ਤੱਤ ਪ੍ਰਭਾਵਿਤ ਕਰਦੇ ਹਨ। ਹੇਠ ਲਿਖੇ ਤੱਤਾਂ ਵਿੱਚ ਦੱਸੋ ਕਿ ਖੇਤੀਬਾੜੀ ਨੂੰ ਕਿਹੜੇ ਤੱਤ ਪ੍ਰਭਾਵਿਤ ਕਰਦੇ ਹਨ। ਤਾਂ ਸੱਤਵੇਂ ਦਾ ਆਨਸਰ ਆਏਗਾ ਬੇਟਾ ਉਪਰੋਕਤ ਸਾਰੇ। ਦੇਖੋ ਜਲਵਾਯੂ ਅਤੇ ਧਰਾਤਲ ਵੀ ਪ੍ਰਭਾਵਿਤ ਕਰਦੀ ਹੈ, ਮਿੱਟੀ ਦੀ ਕਿਸਮ, ਸਿੰਚਾਈ ਸਹੂਲਤਾਂ ਵੀ, ਖੇਤੀ ਕਰਨ ਦਾ ਢੰਗ ਅਤੇ ਮੰਡੀ ਦੀ ਸਹੂਲਤ ਵੀ। ਤਾਂ ਆਨਸਰ ਕੀ ਆ ਗਿਆ ਉਪਰੋਕਤ ਸਾਰੇ। ਇਸ ਤੋਂ ਬਾਅਦ ਹੈਗਾ ਬੇਟਾ ਕੁਐਸਚਨ ਨੰਬਰ 8, ਹੇਠ ਲਿਖੇ ਦੇਸ਼ਾਂ ਵਿੱਚੋਂ ਦੱਸੋ ਕਿ ਉਹ ਕਿਹੜਾ ਦੇਸ਼ ਹੈ ਜਿੱਥੇ ਭਾਰਤ ਦੇ ਮੁਕਾਬਲੇ ਕਿਸਾਨਾਂ ਕੋਲ ਜ਼ਮੀਨਾਂ ਬਹੁਤ ਜ਼ਿਆਦਾ ਹਨ, ਖੇਤਾਂ ਦਾ ਆਕਾਰ ਵੱਡਾ ਹੋਣ ਕਾਰਨ ਮਸ਼ੀਨਾਂ ਤੋਂ ਬਿਨਾਂ ਖੇਤੀ ਕਰਨਾ ਲਗਭਗ ਅਸੰਭਵ ਹੈ, ਉਸ ਦੇਸ਼ ਦਾ ਨਾਂ ਦੱਸੋ।
ਤਾਂ ਇਹ ਹੈਗਾ ਬੇਟਾ USA। ਠੀਕ ਹੈ ਜੀ। ਨੈਕਸਟ ਹੈਗਾ ਬੇਟਾ ਭਾਰਤ ਵਿੱਚ ਖੇਤੀਬਾੜੀ ਬਹੁਤ ਹੀ ਮਹੱਤਵਪੂਰਨ ਪੁਰਾਣਾ ਕਿੱਤਾ ਹੈ। ਇੱਥੇ ਬਹੁਤ ਕਿਸਮ ਦੀਆਂ ਫਸਲਾਂ ਦੀ ਖੇਤੀ ਕੀਤੀ ਜਾਂਦੀ ਹੈ। ਹੇਠ ਕਾਲਮ 1 ਅਤੇ 2 ਅਨੁਸਾਰ ਦਿੱਤੀਆਂ ਗਈਆਂ ਮੁੱਖ ਫਸਲਾਂ ਦਾ ਸਹੀ ਮਿਲਾਨ ਕਰੋ। ਤਾਂ 9ਵੇਂ ਦਾ ਆਂਸਰ ਆਏਗਾ ਬੇਟਾ ਚੌਥੀ ਆਪਸ਼ਨ। ਠੀਕ ਹੈ ਜੀ। ਪਹਿਲੇ ਦਾ ਆਏਗੀ ਈੜੀ। ਰੇਸ਼ੇਦਾਰ ਫਸਲਾਂ ਹੋ ਗਈਆਂ ਕਪਾਹ, ਪਟਸਨ ਸਨ। ਪੇ ਫਸਲਾਂ ਚਾਹ, ਕੌਫੀ। ਠੀਕ ਹੈ। ਅਤੇ ਤੀਜਾ ਅਨਾਜ ਫਸਲਾਂ ਚਾਵਲ, ਕਣਕ, ਮੱਕੀ, ਜਵਾਰ, ਬਾਜਰਾ। ਰਾਈਟ। ਤਾਂ ਕਿਹੜਾ ਆਂਸਰ ਆ ਗਿਆ 4th। ਨੈਕਸਟ ਦੇਖੋ ਭਾਰਤ ਦੇ ਨਕਸ਼ੇ ਵਿੱਚ ਦਰਸਾਇਆ ਛਾਇਆਦਾਰ ਖੇਤਰ ਦੀ ਪਛਾਣ ਕਰੋ। ਦੱਸੋ ਕਿ ਇਸ ਖੇਤਰ ਵਿੱਚ ਕਿਹੜੀ ਫਸਲ ਦੀ ਖੇਤੀ ਜ਼ਿਆਦਾਤਰ ਹੁੰਦੀ ਹੈ। ਤਾਂ ਇਹ ਹੈਗੀ ਬੇਟਾ ਚਾਵਲ। ਠੀਕ ਹੈ ਜੀ। ਨੈਕਸਟ ਦੇਖੋ 11ਵਾਂ ਖੇਤੀਬਾੜੀ ਨਾਲ ਸੰਬੰਧਿਤ ਭਾਰਤੀ ਕਿਸਾਨ ਲਈ ਮੁਸ਼ਕਿਲਾਂ ਨਾਲ ਜੂਝ ਰਹੇ ਹਨ। ਦੱਸੋ ਕਿ ਭਾਰਤੀ ਕਿਸਾਨਾਂ ਨੂੰ ਹੇਠ ਲਿਖੀਆਂ ਸਿੰਚਾਈ ਨਾਲ ਸੰਬੰਧਿਤ ਮੁਸ਼ਕਿਲਾਂ ਵਿੱਚੋਂ ਕਿਹੜੀ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਾਂ ਇਹ ਹੈ ਬੇਟਾ ਸੈਕਿੰਡ ਆਪਸ਼ਨ ਪਾਣੀ ਦੀ ਅਸਮਾਨ ਵੰਡ, ਅਨਿਸ਼ਚਿਤ ਮਾਨਸੂਨ। ਨੈਕਸਟ ਹੈ ਜੀ 12ਵਾਂ ਰੋਹਿਤ ਆਪਣੇ ਮਾਤਾ ਪਿਤਾ ਨਾਲ ਹਿਮਾਚਲ ਪ੍ਰਦੇਸ਼ ਘੁੰਮਣ ਗਿਆ। ਉੱਥੇ ਉਸਨੇ ਦੇਖਿਆ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਇੰਨਾ ਆਸਾਨ ਨਹੀਂ ਜਿੰਨਾ ਮੈਦਾਨੀ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦਾ ਜੀਵਨ ਆਸਾਨ ਹੈ। ਉਸਨੇ ਆਪਣੇ ਪਿਤਾ ਜੀ ਨੂੰ ਪੁੱਛਿਆ ਕਿ ਇਹ ਲੋਕ ਆਪਣੀ ਰੋਜੀ ਰੋਟੀ ਕਮਾਉਣ ਲਈ ਕਿਸ ਕਿਸਮ ਦੀ ਖੇਤੀ ਕਰਦੇ ਹਨ। ਤਾਂ ਉਸਦੇ ਪਿਤਾ ਜੀ ਦਾ ਕੀ ਉੱਤਰ ਹੋਵੇਗਾ। ਤਾਂ ਇਹ ਹੋਏਗਾ ਬੇਟਾ ਪੌੜੀ ਨੁਮਾ ਖੇਤੀ। ਨੈਕਸਟ ਹੈ ਜੀ ਭਾਰਤ ਪੰਜਾਬ, ਉੱਤਰ ਪ੍ਰਦੇਸ਼, ਹਰਿਆਣਾ, ਬਿਹਾਰ ਭਾਰਤ ਦੇ ਮੈਦਾਨੀ ਖੇਤਰ ਵਿੱਚ ਪੈਂਦੇ ਰਾਜ ਹਨ। ਇਹਨਾਂ ਰਾਜਾਂ ਵਿੱਚ ਰਹਿਣ ਵਾਲੇ ਲੋਕ ਕਿਸ ਕਿਸਮ ਦੀ ਖੇਤੀ ਹੈ ਜਿਹੜੀ ਉਹ ਕਰਦੇ ਹਨ। ਤਾਂ ਇਹ ਹੈ ਬੇਟਾ ਸਥਾਈ ਖੇਤੀ। ਠੀਕ ਹੈ ਜੀ। ਮੈਦਾਨੀ ਜਿਹੜੇ ਇਲਾਕੇ ਵਿੱਚ ਰਹਿੰਦੇ ਨੇ ਲੋਕ ਉਹ ਸਥਾਈ ਖੇਤੀ ਕਰਦੇ ਨੇ ਅਤੇ ਜਿਹੜੇ ਪਹਾੜੀ ਇਲਾਕੇ ਦੇ ਵਿੱਚ ਰਹਿੰਦੇ ਨੇ ਉਹ ਪੌੜੀ ਨੁਮਾ। ਨੈਕਸਟ 14ਵਾਂ ਪ੍ਰਸ਼ਨ ਵੇਖ ਲੈਂਦੇ ਹਾਂ। ਰਿਤਿਕਾ ਆਪਣੇ ਚਾਚਾ ਜੀ ਕੋਲ ਰਾਜਸਥਾਨ ਗਈ। ਉੱਥੇ ਉਸਨੇ ਦੇਖਿਆ ਜ਼ਿਆਦਾਤਰ ਲੋਕ ਆਪਣਾ ਗੁਜ਼ਾਰਾ ਕਰਨ ਲਈ ਦਾਲਾਂ, ਮੱਕੀ, ਜੌਂ ਆਦਿ ਫਸਲਾਂ ਹੀ ਬੀਜਦੇ ਹਨ। ਉਹ ਆਪਣੇ ਚਾਚਾ ਜੀ ਨੂੰ ਪੁੱਛਦੀ ਹੈ ਰਾਜਸਥਾਨ ਵਿੱਚ ਇਸ ਕਿਸਮ ਦੀ ਖੇਤੀ ਹੀ ਕਿਉਂ ਕੀਤੀ ਜਾਂਦੀ ਹੈ। ਤਾਂ ਉਸਦੇ ਚਾਚਾ ਜੀ ਦਾ ਕੀ ਉੱਤਰ ਹੋਵੇਗਾ। ਰਾਜਸਥਾਨ ਵਿੱਚ ਕਿਹੜੀ ਖੇਤੀ ਕੀਤੀ ਜਾਂਦੀ ਹੈ। ਤਾਂ ਇਹ ਹੋ ਗਿਆ ਬੇਟਾ ਖੁਸ਼ਕ ਖੇਤੀ। ਠੀਕ ਹੈ। ਦੇਖੋ ਆਪਾਂ 3 ਤਰ੍ਹਾਂ ਦੀ ਪੜ੍ਹ ਲਈ ਕਿ ਮੈਦਾਨੀ ਇਲਾਕਿਆਂ ਦੇ ਵਿੱਚ ਸਥਾਈ, ਪਹਾੜੀ ਇਲਾਕਿਆਂ ਵਿੱਚ ਪੌੜੀ ਨੁਮਾ ਅਤੇ ਰਾਜਸਥਾਨ ਦੇ ਵਿੱਚ ਖੁਸ਼ਕ ਖੇਤੀ। ਤੁਸੀਂ ਯਾਦ ਰੱਖਣੇ ਨੇ। ਨੈਕਸਟ ਦੇਖੋ ਅਧਿਆਪਕ ਨੇ ਕਲਾਸ ਵਿੱਚ ਦੱਸਿਆ ਕਿ ਪ੍ਰਾਇਦੀਪੀ ਪਠਾਰੀ ਖੇਤਰ ਉੱਤਰੀ ਵਿਸ਼ਾਲ ਮੈਦਾਨਾਂ ਦੇ ਦੱਖਣ ਵੱਲ ਫੈਲਿਆ ਤ੍ਰਿਭੁਜ ਆਕਾਰ ਦਾ ਭੂ ਭਾਗ ਹੈ ਜੋ ਆਪਣੇ ਆਲੇ ਦੁਆਲੇ ਦੇ ਖੇਤਰ ਤੋਂ ਉੱਚਾ ਉੱਠਿਆ ਹੋਇਆ ਹੈ। ਇਹ ਖੇਤਰ ਬਹੁਤ ਸਾਰੇ ਖਣਿਜ ਪਦਾਰਥਾਂ ਨਾਲ ਭਰਪੂਰ ਹੈ ਜਿਵੇਂ ਕਿ ਲੋਹਾ, ਕੋਲਾ, ਅਬਰਕ, ਮੈਗਨੀਜ਼, ਬਾਕਸਾਈਟ, ਤਾਂਬਾ ਆਦਿ। ਦੱਸੋ ਕਿ ਪਠਾਰੀ ਖੇਤਰਾਂ ਵਿੱਚ ਖਣਿਜ ਸਾਧਨਾਂ ਦੀ ਹੋਂਦ ਉੱਥੇ ਰਹਿਣ ਵਾਲੇ ਲੋਕਾਂ ਦੇ ਸਥਾਨਿਕ ਜੀਵਨ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ। ਤਾਂ ਆਨਸਰ ਆਏਗਾ ਬੇਟਾ ਉਪਰੋਕਤ ਸਾਰੇ। ਠੀਕ ਹੈ ਜੀ। ਕਿਹੜੇ ਕਿਹੜੇ ਨੇ। ਸਥਾਨਕ ਪੱਧਰ 'ਤੇ ਨਵੇਂ ਉਦਯੋਗਾਂ ਦੀ ਸਥਾਪਨਾ ਹੁੰਦੀ ਹੈ, ਸਥਾਨਕ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਸਥਾਨਕ ਖੇਤਰ ਦਾ ਵਿਕਾਸ ਹੁੰਦਾ ਹੈ। ਤਾਂ ਉਪਰੋਕਤ ਸਾਰੇ ਆਨਸਰ ਆਏਗਾ। ਤਾਂ ਇਹ ਸੀਗੀ ਬੇਟਾ 8ਵੀਂ ਕਲਾਸ ਦੀ ਵਰਕਸ਼ੀਟ ਨੰਬਰ 10। ਜੇਕਰ ਵੀਡੀਓ ਹੈਲਪਫੁਲ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਆਪਣੇ ਨਾਲ ਦੇ ਦੋਸਤਾਂ ਨਾਲ ਸ਼ੇਅਰ ਕਰੋ ਬੇਟਾ, ਤਾਂ ਜੋ ਤੁਹਾਡੇ ਦੁਆਰਾ ਮੋਟੀਵੇਸ਼ਨ ਮੈਨੂੰ ਹਮੇਸ਼ਾ ਮਿਲਦੀ ਰਹੇ ਇਸ ਤਰ੍ਹਾਂ ਦੀ ਵੀਡੀਓਜ਼ ਬਣਾਉਣ ਦੀ। ਤਾਂ ਬੇਟਾ ਨੈਕਸਟ ਵਰਕਸ਼ੀਟ ਦੇ ਵਿੱਚ ਮਿਲਦੇ ਹਾਂ ਆਪਾਂ ਸਾਇੰਸ ਦੀ ਵਰਕਸ਼ੀਟ ਨਾਲ। ਟਿਲ ਦੈਨ ਗੁੱਡ ਬਾਏ।